ਹੁਣ ਪਿੰਡਾਂ ਵਿੱਚ ਵਿਚਰਨ ਦੀ ਕੀ ਪਲੈਨਿੰਗ ਕੀਤੀ ਹੈ? ਇਹ ਲਾਸਟ ਸਵਾਲ ਬਹੁਤ ਕ੍ਰੂਸ਼ਲ ਹੈ। ਪਿੰਡਾਂ ਵਿੱਚ ਆਈ ਪਹਿਲਾਂ ਵੀ ਪਾਰਟੀ ਚੱਲ ਰਹੀ ਸੀ 24 ਘੰਟੇ 365 ਦਿਨ ਚੱਲਣ ਵਾਲੀ ਪਾर्टी। किसान ਨੂੰ जाके पूछ लो खुश है ਕਿ ਕਾਲੇ ਕਾਨੂੰਨ ਰੱਦ ਹੋਏ ਤਾਂ नहीं काले कानून रद्द किस उन्होंने देखे ही नहीं गए उन्होंने देखे ही नहीं कानून है कि ये काले तो एवं कहना शुरू करता काले कानून कोई नहीं सी। नवांशहर के विधान सभा के विधायक MLA अंगल साहब कहते हैं कि मैं डिवेलपमेंट की है, बहुत डिवेलपमेंट हुई है। मैं खुद कहना बहुत डिवेलपमेंट हुई है। वो माइनीज भी डिवेलपमेंट हो गई है और ड्रग्स भी बहुत डिवेलपमेंट हुई है। और तुम डिवेलपमेंट देख लो शहर सारी, बहुत ज़्यादा पार्क भी आ गए, बहुत ज़्यादा नींह पत्थर तक ही रह जाता ना, अगे नहीं ना बढ़ता। जिथे नींह पत्थर 4 साल पहले भी रखे अज भी उत्ते ही पिया। हाँ पिंडा अगे उहदा कुछ नहीं, सारे चैक बंद हो रहे हैं। सेंटर का सरकार सेंटर का जो पैसा आ रहा है सारे रोड कितना सोहना बनया है कि सारा ही मन ही खुश हो जाता, इन्ना सोहना रोड बनया है। ਇਹ ਤੁਸੀਂ ਤਾਰੀਫ ਕਰ ਰਹੇ ਹੋ ਕਿ ਚੁੰਡੀ ਵੱਢ ਰਹੇ ਹੋ? ਸਮਝਣ ਵਾਲੇ ਸਮਝ ਜਾਣੇ ਵੀ ਇਹ ਇਸ਼ਾਰਾ ਕਿੱਥੇ ਹੋ ਰਿਹਾ ਹੈ। ਤੁਸੀਂ ਇਸ ਦੇ ਵਿੱਚ ਪਰਿਵਾਰਵਾਦ ਚੱਲਦਾ ਹੈ, ਭਾਰਤੀ ਜਨਤਾ ਪਾਰਟੀ ਦੇ ਵਿੱਚ ਕੋਈ ਪਰਿਵਾਰਵਾਦ ਨਹੀਂ ਚੱਲਦਾ। ਪਹਿਲੇ ਚਾਹੇ MLA ਅੰਗਦ ਸਾਹਿਬ ਦੇ ਪਰਿਵਾਰ ਦੇ ਵਿੱਚੋਂ ਪਹਿਲੇ ਟਿਕਟਾਂ ਰਹੀਆਂ ਨੇ, ਡਿਵੈਲਪਮੈਂਟ ਦੇਖ ਲਓ ਵੀ ਕਿੱਥੇ ਹੈ। ਮੈਨੂੰ ਨਹੀਂ ਬੋਲਣ ਦੀ ਲੋੜ, ਤੁਹਾਡਾ ਮੀਡੀਆ ਦੱਸੇ ਜਾਂ ਸ਼ਹਿਰ ਦਾ ਜਿਹੜਾ ਆਵਾਮ ਹੈ, ਜਿਹੜਾ ਵੋਟਰ ਹੈ, ਉਹ ਇਸ ਵਾਰ ਸਬਕ ਸਿਖਾਏਗਾ। ਤੁਸੀਂ ਕਿਸ ਨੁਮਾਇੰਦੇ ਨੂੰ ਲੈ ਕੇ ਆ ਰਹੇ ਹੋ? ਸਾਡੀ ਜਿਹੜਾ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਸਾਰਾ ਨੁਮਾਇੰਦਾ। ਹਾਸਾ ਕਿਉਂ ਆਇਆ? ਮੈਨੂੰ ਲੱਗਦਾ ਕੋਈ ਕਾਂਗਰਸ 'ਚ ਲੈ ਕੇ ਆ ਰਹੇ ਹੋ। ਮੈਂ ਹੋ ਗਿਆ ਕਿਸਾਨ ਖੁਸ਼ੀ ਘਰ ਪਰਤ ਆਏ ਨੇ। BJP ਸਰਕਾਰ ਨੇ ਅੰਦੋਲਨ ਤੋਂ ਕੀ ਸਿੱਖਿਆ ਤਾਂ ਜੋ ਇਹੋ ਜਿਹੀ ਰਣਨੀਤੀ ਬਣਾਉਣ ਜਿਹਦੇ ਨਾਲ ਜਿਹੜੇ ਕਿਸਾਨ ਨੇ ਉਹਨਾਂ ਨੂੰ ਸਿਕਿਉਰ ਫੀਲ ਹੋਵੇ, ਉਹ ਸੈਟਿਸਫਾਈ ਫੀਲ ਕਰਨ। ਕਿਸਾਨਾਂ ਦਾ ਇੱਦਾਂ ਹੈ, ਦੇਖੋ ਮੋਦੀ ਜੀ ਨੇ ਇਹ ਕਿਹਾ, ਜਿਸ ਦਿਨ ਇਹ ਕਾਨੂੰਨ ਰੱਦ ਵੀ ਕੀਤੇ ਨੇ ਉਸ ਦਿਨ ਮੋਦੀ ਸਾਹਿਬ ਨੇ ਇਹ ਕਿਹਾ ਵੀ ਇਹ ਜਿਹੜੇ ਕਾਨੂੰਨ ਸੀ ਇਹ ਦੀਵੇ ਦੀ ਲੋ ਵਾਂਗੂ ਪਵਿੱਤਰ ਸੀ, ਪਰ ਮੈਂ ਰਾਸ਼ਟਰ ਹਿੱਤ 'ਚ ਵਾਪਸ ਲੈ ਰਿਹਾ। ਠੀਕ ਹੈ, ਕਿਸਾਨੀ ਅੰਦੋਲਨ ਦੇ ਵਿੱਚ ਸਾਡਾ ਕੁਝ ਨੁਕਸਾਨ ਵੀ ਹੋਇਆ। ਦੇਖਿਓ ਸ਼ਹੀਦੀਆਂ ਵੀ ਹੋਈਆਂ। ਮੈਂ ਇਹਨੂੰ ਕੋਈ ਨੈਗੇਟਿਵ ਨਹੀਂ ਗੱਲ ਬਣਾਉਣਾ ਚਾਹੁੰਦਾ। ਅਸੀਂ ਚਾਹੁੰਦੇ ਕਿ ਭਾਈਚਾਰਾ ਬਣਿਆ ਰਹੇ। ਉਹਦੇ ਲਈ ਤੁਸੀਂ ਹੋਰ ਨਵੀਂ ਚੀਜ਼ ਕੀ ਲੈ ਕੇ ਆਓ ਜਿੰਨਾ ਕਿਸਾਨ ਨੂੰ ਲੱਗੇ ਕਿ ਮੈਂ ਸਿਕਿਉਰ ਹੈ। ਕਿਸਾਨਾਂ ਦੇ ਜਿੱਥੇ ਤੱਕ ਕਿਸਾਨਾਂ ਦੀ ਗੱਲ ਹੈ। ਸਤਿ ਸ਼੍ਰੀ ਅਕਾਲ ਜੀ, P32 ਨਵਾਂ ਸ਼ਹਿਰ ਦੇਖ ਰਹੇ ਹੋ, ਮੈਂ ਦਿਨੇਸ਼ਵਰੀ। ਦੋਸਤੋ, ਇਹ ਗੱਲ ਜੱਗ ਜਾਰ ਹੈ, ਤੁਹਾਨੂੰ ਪਤਾ ਹੀ ਹੈ। ਪਿਛਲੇ 1 ਸਾਲ ਤੋਂ ਵਧੇਰੇ ਸਮੇਂ ਤੋਂ ਲੈ ਕੇ ਕਿਸਾਨੀ ਅੰਦੋਲਨ ਚੱਲ ਰਿਹਾ ਸੀ। ਹਰ ਇੱਕ ਵਿਅਕਤੀ ਚਾਹੁੰਦਾ ਸੀ ਕਿ 3 ਖੇਤੀ ਕਾਨੂੰਨ ਰੱਦ ਹੋ ਜਾਣ ਅਤੇ ਕਿਸਾਨ ਆਪਣੇ ਘਰਾਂ ਨੂੰ ਪਰਤ ਆਉਣ। ਔਰ ਇਹ ਅੰਦੋਲਨ ਜੇ 1 ਸਾਲ ਕਿਸਾਨ ਦਿੱਲੀ ਬੈਠੇ ਰਹੇ ਨੇ ਤਾਂ ਚੜ੍ਹਦੀ ਕਲਾ ਵਿੱਚ ਹੀ ਰਿਹਾ। ਉੱਥੇ ਕੁਦਰਤ ਦੀ ਕਲਾ ਵਰਸਦੀ ਸੀ। 3 ਕਾਲੇ ਕਾਨੂੰਨ ਜਿਹੜੇ ਰੱਦ ਹੋਏ ਨੇ, ਉਸ ਤੋਂ ਬਾਅਦ ਕਿਸਾਨ ਘਰਾਂ ਨੂੰ ਪਰਤੇ ਨੇ, ਲੋਕਾਂ ਨੇ ਉਹਨਾਂ 'ਤੇ ਫੁੱਲਾਂ ਦੀ ਵਰਖਾ ਕੀਤੀ ਹੈ। ਔਰ ਭਾਜਪਾ ਨੇ ਇਹ 3 ਖੇਤੀ ਕਾਨੂੰਨ ਰੱਦ ਕੀਤੇ ਨੇ, ਉਸ ਗੱਲ ਦਾ ਲੋਕਾਂ ਨੇ ਸਵਾਗਤ ਵੀ ਕੀਤਾ। ਪਰ 3 ਖੇਤੀ ਕਾਨੂੰਨ ਰੱਦ ਹੋਣ ਤੋਂ ਬਾਅਦ ਸਿਆਸਤ ਦੀ ਚੱਕਰੀ ਇਹੋ ਜਿਹੀ ਘੁੰਮੀ ਹੈ, ਪੋਲੀਟਿਕਸ ਇਹੋ ਜਿਹੀ ਘੁੰਮੀ ਹੈ ਕਿ ਅੰਦੋਲਨ ਦੌਰਾਨ BJP 'ਚੋਂ ਬਾਹਰ ਜਾਣ ਵਾਲਿਆਂ ਦਾ ਤਾਂਤਾ ਲੱਗਿਆ ਸੀ, ਤਾਂ ਹਾਲ ਦੀ ਘੜੀ ਸਿਰਫ BJP ਦੇ ਕਾਰਜਕਰਤਾ ਵਾਪਸ ਨਹੀਂ ਆ ਰਹੇ, ਸਗੋਂ ਕਾਂਗਰਸ, ਅਕਾਲੀ ਅਤੇ ਹੋਰ ਕਈ ਉਮੀਦਵਾਰ ਜਿਹੜੇ ਆਪਣੇ ਆਪ ਨੂੰ ਟਿਕਟ ਦਾ ਦਾਅਵੇਦਾਰ ਮੰਨਦੇ ਨੇ, ਉਹ ਵੀ ਭਾਜਪਾ ਵਿੱਚ ਸ਼ਾਮਲ ਹੋ ਰਹੇ ਹਨ। ਔਰ ਹਰ ਇੱਕ ਜਗ੍ਹਾ ਇਹੀ ਗੱਲ ਕਹੀ ਜਾਂਦੀ ਹੈ ਕਿ 2022 ਬਹੁਤ ਕਰੂਸ਼ਲ ਹੈ, ਕਿਉਂਕਿ ਪੰਜਾਬ ਦਾ ਫਿਊਚਰ ਜਿਹੜਾ ਹੈ ਉਹ 2022 ਦੀ ਵਿਧਾਨ ਸਭਾ ਇਲੈਕਸ਼ਨਸ 'ਤੇ ਟਿਕਿਆ ਹੋਇਆ। ਇਸ ਦੇ ਤਹਿਤ ਨਵਾਂ ਸ਼ਹਿਰ ਵਿੱਚ ਵੀ ਅੱਜ ਇੱਕ ਮੀਟਿੰਗ ਹੋਈ ਹੈ, ਭਾਜਪਾ ਦੀ ਮੀਟਿੰਗ ਹੋਈ ਹੈ, ਜਿਸ ਵਿੱਚ ਭਾਜਪਾ ਦੇ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਪਹੁੰਚੇ ਸਨ। ਜਦ ਸਾਨੂੰ ਵੀ ਇਹ ਇਨਵੀਟੇਸ਼ਨ ਆਇਆ ਕਿ ਉਹ ਪਹੁੰਚੇ ਹੋਏ ਨੇ, ਤਦ ਅਸੀਂ ਵੀ ਪੰਜਾਬ ਦੇ ਫਿਊਚਰ ਨੂੰ ਲੈ ਕੇ ਚੰਦ ਸਵਾਲ ਉਹਨਾਂ ਤੋਂ ਪੁੱਛੇ। ਜਿਵੇਂ ਕਿ ਇੱਕ ਸਵਾਲ ਇਹ ਵੀ ਸੀ ਕਿ ਪੰਜਾਬ ਵਿੱਚ ਨਸ਼ਿਆਂ ਨੂੰ ਠੱਲ ਕਿਵੇਂ ਪਵੇਗੀ, ਔਰ ਉਹਨਾਂ ਤੋਂ ਇਹ ਵੀ ਪੁੱਛਿਆ ਕਿ ਹੁਣ ਪਿੰਡਾਂ ਵਿੱਚ ਵਿਚਰਨ ਲਈ ਉਹ ਕੀ ਰਣਨੀਤੀ ਤਿਆਰ ਕਰ ਰਹੇ ਨੇ। ਅਤੇ ਉੱਥੇ ਹੀ ਭਾਜਪਾ ਦੇ ਲੀਗਲ ਸੈੱਲ ਦੇ ਕਾਰਜਕਰਤਾ ਵਿਸ਼ਾਲ ਸ਼ਰਮਾ ਤੋਂ ਵੀ ਇਹ ਪੁੱਛਿਆ 3 ਖੇਤੀ ਕਾਨੂੰਨ ਰੱਦ ਹੋਣ ਤੋਂ ਬਾਅਦ ਭਾਜਪਾ ਕੀ ਨਵੇਂ ਫੈਸਲੇ ਲੈ ਰਹੀ ਹੈ, ਜਿਹਦੇ ਕਰਕੇ ਕਿਸਾਨਾਂ ਨੂੰ ਇਹ ਮਹਿਸੂਸ ਹੋਵੇ ਕਿ ਉਹ ਸਿਕਿਉਰ ਹਨ। 117 ਸੀਟਾਂ ਤੇ ਪਾਰਟੀ ਚੁਣਾਵ ਲਈ ਤਿਆਰ ਹੋਏ, ਮੇਰਾ ਸੰਗਠਨ ਤਿਆਰ ਹੋਏ, ਇਹ ਮੇਰਾ ਦਾਇਿਤਵ ਹੈ। ਪੰਜਾਬ ਦੇ ਅੰਦਰ ਸੱਤਾ ਦਾ ਪਰਿਵਰਤਨ ਹੁੰਦਾ ਰਿਹਾ ਜੀ, ਵਿਵਸਥਾਵਾਂ ਨਹੀਂ ਬਦਲੀਆਂ। ਠੀਕ ਹੈ, BJP ਨਵਾਂ ਪੰਜਾਬ ਦਾ ਜਦੋਂ ਗੱਲ ਕਰਦੀ ਹੈ, ਐਸਾ ਪੰਜਾਬ ਜਿਹਦੇ ਅੰਦਰ ਭ੍ਰਸ਼ਟਾਚਾਰ ਨਾ ਹੋਏ, ਐਸਾ ਪੰਜਾਬ ਜਿਹਦੇ 'ਚ ਨਸ਼ਾਖੋਰੀ ਨਾ ਹੋਏ, ਐਸਾ ਪੰਜਾਬ ਜਿਹਦੇ 'ਚ ਹਰ ਆਦਮੀ ਨੂੰ ਨਿਆਂ ਮਿਲੇ। ਇਹ ਨਹੀਂ ਹੈ ਕਿ ਦਲਿਤ ਬੱਚਿਆਂ ਦਾ ਵਜੀਫਾ ਖਾ ਜਾਓ। ਭਾਰਤੀ ਜਨਤਾ ਪਾਰਟੀ ਚਾਹੇ ਉਹ ਮੱਧ ਵਰਗ ਹੈ, ਚਾਹੇ ਕਮਜ਼ੋਰ ਵਰਗ ਹੈ, ਚਾਹੇ ਇੰਡਸਟਰੀਲਿਸਟ ਹੈ, ਸਾਰੇ ਸਮਾਜ ਦੀ ਗੱਲ ਕਰਦੀ ਹੈ ਔਰ ਸਭ ਨੂੰ ਇਕੱਠੇ ਲੈ ਕੇ ਐਸਾ ਪੰਜਾਬ ਬਣਾਉਣਾ ਚਾਹੁੰਦੀ ਹੈ ਜਿਹੜਾ ਖੁਸ਼ਹਾਲ ਹੋਏ,
ਵਿਕਾਸਸ਼ੀਲ ਹੋਏ ਔਰ ਜਿਹਦੇ ਅੰਦਰ ਸਥਿਰਤਾ ਹੋਏ। ਹੁਣ ਪਿੰਡਾਂ ਵਿੱਚ ਵਿਚਰਨ ਦੀ ਕੀ ਪਲੈਨਿੰਗ ਕੀਤੀ ਹੈ? ਇਹ ਲਾਸਟ ਸਵਾਲ ਬਹੁਤ ਕ੍ਰੂਸ਼ਲ ਹੈ। ਪਿੰਡਾਂ ਵਿੱਚ ਐਸਾ ਕਿ ਆਹੀ ਪਹਿਲਾਂ ਵੀ ਪਾਰਟੀ ਚੱਲ ਰਹੀ ਸੀ, 24 ਘੰਟੇ 365 ਦਿਨ ਚੱਲਣ ਵਾਲੀ ਪਾਰਟੀ ਹੈ। ਹਾਂ, ਅੰਦੋਲਨ ਦੇ ਕਾਰਨ ਸਾਡੀ ਰਣਨੀਤੀ ਅਲੱਗ ਸੀ, ਅੱਜ ਅਲੱਗ ਰਣਨੀਤੀ ਹੈ। ਆਪਣੇ ਸੰਗਠਨ ਨੂੰ ਮਜ਼ਬੂਤ ਕਰਨਾ ਔਰ ਪਾਰਟੀ ਨੂੰ 2022 ਚੁਣਾਵਾਂ ਦੇ ਅੰਦਰ ਸਰਕਾਰ ਬਣਾਉਣ ਲਈ ਅਸੀਂ ਲੜਨ ਜਾ ਰਹੇ ਹਾਂ। ਨਵੇਂ ਕਾਂਗਰਸੀ ਅਕਾਲੀ ਕਿੰਨੇ ਲੈ ਕੇ ਆ ਰਹੇ ਹੋ ਪਾਰਟੀ ਵਿੱਚ, ਕਿਉਂਕਿ ਹਰ ਰੋਜ਼ ਸ਼ਾਮਲ ਹੋ ਰਹੇ ਆ ਜੀ? ਉਸ ਤੋਂ ਬਾਅਦ ਜ਼ਿਲ੍ਹਾ ਪ੍ਰਧਾਨ ਪੂਨਮ ਮਾਣਿਕ ਨਾਲ ਵੀ ਅਸੀਂ ਗੱਲਬਾਤ ਕੀਤੀ ਔਰ ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕੀਤੀ ਕਿ 2022 ਵਿੱਚ ਉਹਨਾਂ ਦੀਆਂ ਕੀ ਪਲੈਨਿੰਗਸ ਨੇ ਵੋਟਾਂ ਨੂੰ ਲੈ ਕੇ। ਮੀਟਿੰਗ 'ਚ ਕੀ ਹੋਇਆ, ਪੂਰੀ ਰਣਨੀਤੀ ਕੀ ਤਿਆਰ ਕੀਤੀ ਹੈ ਵੋਟਾਂ ਲੈ ਕੇ, ਉਹ ਪੁੱਛਦੇ ਆ ਨਵਾਂ ਸ਼ਹਿਰ ਤੋਂ ਪੂਨਮ ਮਾਣਿਕ ਜੀ ਨਾਲ ਨੇ। ਇੱਧਰ ਜਿਹੜੀ ਕੀ ਗੱਲਬਾਤ ਹੋਈ ਹੈ ਪੂਰੀ? ਦੇਖੋ, ਸਾਡੀ ਅੱਜ ਜਿਹੜੀ ਕਾਰਜਕਰਤਾ ਸੰਮੇਲਨ ਸੀ, ਮਤਲਬ ਕਾਰਜਕਰਤਾ ਨਾਲ ਮੀਟਿੰਗ ਸੀ, ਕੋਈ ਭਾਸ਼ਣਬਾਜ਼ੀ ਨਹੀਂ ਸੀ। ਤੇ ਅਸੀਂ ਅੱਜ ਜਿਹੜੇ ਸਾਰੇ ਵਿਧਾਨ ਸਭਾ ਨਵਾਂ ਸ਼ਹਿਰ ਦੀ, ਇਸ ਤੋਂ ਬਾਅਦ ਉਹਨੇ ਬਲਾਚੌਰ ਜਾਣਾ, ਬਲਾਚੌਰ ਵਿਧਾਨ ਸਭਾ ਦੀ ਇਲੈਕਸ਼ਨਾਂ ਦੇ ਸੰਬੰਧ 'ਚ 22 ਦਾ ਤੁਹਾਨੂੰ ਪਤਾ ਵਾ ਹੁਣ ਬਹੁਤ ਨੇੜੇ ਆ, ਇਸ ਕਰਕੇ ਉਹ ਸਿਰਫ ਕਾਰਜਕਰਤਾ ਨੂੰ ਮਿਲਣ ਆਏ ਸੀ ਕਿ ਆਪਣੀ ਕਿੰਨੀ ਕੁ ਤਿਆਰੀ ਹੈ, ਉਹ ਥੋੜਾ ਜੱਜ ਕਰਨ ਆਏ ਸੀ ਕਾਰਜਕਰਤਾ ਨੂੰ ਦੇਖਣ, ਇਸ ਤੋਂ ਇਲਾਵਾ ਹੋਰ ਨਹੀਂ ਸੀਗਾ ਕੁਝ। ਤੁਸੀਂ ਨਵਾਂ ਸ਼ਹਿਰ ਦੀ ਗੱਲ ਕੀਤੀ ਹੈ, ਅਸੀਂ ਨਵਾਂ ਸ਼ਹਿਰ ਦੇ ਨਸ਼ਿਆਂ ਦੇ ਲਈ ਬਹੁਤ ਕੁਝ, ਅਸੀਂ ਤੁਸੀਂ ਵੀ ਦੇਖਿਆ ਅਸੀਂ ਆਪਣੇ ਸ਼ਹਿਰ 'ਚ ਬਹੁਤ ਕਰਦੇ ਰਹੇ ਨੇ। ਸਾਡੀ ਭਾਜਪਾ ਜਦੋਂ ਆਊਗੀ ਨਸ਼ਿਆਂ ਦੇ ਲਈ ਕੰਮ ਕਰੂਗੀ, ਰੋਜ਼ਗਾਰਾਂ ਲਈ ਕੰਮ ਕਰੂਗੀ, ਮਤਲਬ ਜੋ ਵੀ ਜ਼ਮੀਨੀ ਲੈਵਲ ਦੇ ਮੁੱਦੇ ਅਸੀਂ ਉਹਨਾਂ ਤੇ ਕੰਮ ਕਰਾਂਗੇ। 3 ਖੇਤੀ ਕਾਨੂੰਨ ਰੱਦ ਹੋ ਗਏ ਨੇ, ਉਸ ਤੋਂ ਬਾਅਦ ਕੀ ਤਬਦੀਲੀ ਨਜ਼ਰ ਆ ਰਹੀ ਹੈ? ਦੇਖੋ, ਜਿਹੜੇ ਕਿਸਾਨ ਪਹਿਲਾਂ ਵੀ ਜਦੋਂ ਤੁਸੀਂ ਦੇਖਿਆ ਸਾਡੀਆਂ, ਤੁਸੀਂ ਅੱਗੇ ਵੀ ਇੰਟਰਵਿਊਜ਼ ਕਰਦੇ ਸੀਗੇ, ਸਾਰੇ ਕਿਸਾਨ ਅੱਜ ਵੀ ਖੁਸ਼ ਹੈ। ਜਿਹੜੇ ਦੂਜੇ ਲੋਕ ਆ ਵਿੱਚ ਕਾਮਰੇਡ ਸੀ, ਬਹੁਤ ਕੁਝ ਐਸੀਆਂ ਸੀ ਰਾਜਨੀਤਿਕ ਪਾਰਟੀਆਂ ਜਿਹੜੀਆਂ ਇਹਨਾਂ ਚੀਜ਼ਾਂ ਨੂੰ ਖਰਾਬ ਕਰ ਰਹੀਆਂ ਸੀ। ਅੱਜ ਅੱਗੇ ਵੀ ਕਿਸਾਨ ਖੁਸ਼ ਸੀ, ਹੁਣ ਵੀ ਕਿਸਾਨ ਖੁਸ਼ ਹੈ। ਤੁਸੀਂ ਕਿਸੇ ਸਹੀ ਕਿਸਾਨ ਨੂੰ ਜਾ ਕੇ ਪੁੱਛ ਲਓ, ਖੁਸ਼ ਹੈ। ਕਿ ਕਾਲੇ ਕਾਨੂੰਨ ਰੱਦ ਹੋਏ ਤਾਂ ਨਹੀਂ, ਕਾਲੇ ਕਾਨੂੰਨ ਰੱਦ ਉਹਨਾਂ ਨੇ ਦੇਖੇ ਹੀ ਨਹੀਂ ਗਏ, ਉਹਨਾਂ ਨੇ ਦੇਖੇ ਹੀ ਨਹੀਂ ਕਾਨੂੰਨ ਹੈ ਕਿ ਇਹ ਕਾਲੇ ਤਾਂ ਐਵੇਂ ਕਹਿਣਾ ਸ਼ੁਰੂ ਕਰਤਾ ਕਾਲੇ ਕਾਨੂੰਨ। ਅਕਾਲੀਆਂ ਦਾ ਤਾਤਾ ਲੱਗਾ, ਤੁਹਾਡੀ ਪਾਰਟੀ ਸ਼ਾਮਲ ਹੋ ਰਹੀ ਨੇ, ਉਹਦਾ ਕੀ ਕਾਰਨ ਲੱਗਦਾ? ਕਾਰਨ ਉਹਨਾਂ ਨੂੰ ਪਤਾ ਸੀ ਸਾਰਿਆਂ ਨੂੰ। ਦੇਖੋ, ਉਸ ਵੇਲੇ ਹਰ ਬੰਦਾ ਇਹੀ ਸੋਚਦਾ ਸੀਗਾ ਕਿਸਾਨ ਅੰਦੋਲਨ ਆ, ਕਿਸਾਨ ਅੰਦੋਲਨ ਆ, ਲੇਕਿਨ ਜਿਹੜੇ ਸਮਝਦੇ ਸੀਗੇ ਉਸ ਵੇਲੇ ਸਾਰੇ ਚੁੱਪ ਬੈਠੇ ਸੀ। ਅੱਜ ਸਾਰੇ ਬਾਹਰ ਆ ਗਏ ਆ, ਉਹਨਾਂ ਦੀਆਂ ਜਿਹੜੀਆਂ ਭਾਵਨਾਵਾਂ ਬਾਹਰ। ਬੀਜੇਪੀ ਲਈ ਤਾਂ ਪਿਆਰ ਸੀਗਾ, ਉਹਨਾਂ ਨੂੰ ਪਤਾ ਵਾ ਮੋਦੀ ਜੀ ਠੀਕ ਹੈ, ਇਸ ਕਰਕੇ ਹੁਣ ਸਾਰੇ ਬਾਹਰ ਆ ਰਹੇ ਆ। ਲਾਸਟ ਵਿੱਚ ਆਖਿਰ ਵਿੱਚ ਵਿਸ਼ਾਲ ਸ਼ਰਮਾ ਜੋ ਕਿ ਲੀਗਲ ਸੈੱਲ ਦੇ, ਸਟੇਟ ਲੀਗਲ ਸੈੱਲ ਦੇ ਕਾਰਜਕਾਰੀ ਮੈਂਬਰ ਨੇ, ਅਸੀਂ ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕੀਤੀ ਕਿ ਜੇਕਰ ਤੁਹਾਡਾ ਨੁਮਾਇੰਦਾ ਪਾਰਟਿਸਿਪੇਟ ਕਰਦਾ ਹੈ, ਓਬਵੀਅਸ ਜੀ ਗੱਲ ਹੈ ਕਿ ਬੀਜੇਪੀ 117 ਦੀਆਂ 17 ਸੀਟਾਂ ਤੇ ਆਪਣਾ ਸੰਗਠਨ ਮਜ਼ਬੂਤ ਕਰਨ ਦੀ ਗੱਲ ਕਰਦੀ ਹੈ। ਜੇਕਰ ਭਾਜਪਾ ਨਵਾਂ ਸ਼ਹਿਰ ਤੋਂ ਆਪਣਾ ਨੁਮਾਇੰਦਾ ਦਿੰਦੀ ਹੈ, ਹੋ ਸਕਦਾ ਹੈ ਕੋਈ ਜਿਵੇਂ ਗੱਠਜੋੜ ਦੀ ਗੱਲ ਚੱਲ ਰਹੀ ਹੈ ਕੈਪਟਨ ਸਾਹਿਬ ਦੇ ਨਾਲ, ਕੈਪਟਨ ਅਮਰਿੰਦਰ ਸਿੰਘ ਦੇ ਨਾਲ, ਹੋ ਸਕਦਾ ਪੰਜਾਬ ਲੋਕ ਕਾਂਗਰਸ ਦਾ ਕੋਈ ਮੈਂਬਰ ਹੋਵੇ। ਪਰ ਜੇ ਭਾਜਪਾ ਆਪਣਾ ਕੋਈ ਨੁਮਾਇੰਦਾ ਉਤਾਰਦੀ ਆ ਤਾਂ ਡਿਵੈਲਪਮੈਂਟ ਦੇ ਮੁੱਦੇ ਉੱਤੇ ਜਾਂ ਨਸ਼ੇ ਨੂੰ ਠੱਲ ਪਾਉਣ ਲਈ ਭਾਜਪਾ ਦੀ ਕੀ ਰਣਨੀਤੀ ਹੋਏਗੀ, ਭਾਜਪਾ ਕਿਸ ਟਰੈਕ ਤੇ ਚੱਲੇਗੀ। ਹਾਲਾਂਕਿ ਅਸੀਂ ਤਾਂ ਇਹ ਸਵਾਲ ਪੁੱਛਣਾ ਚਾਹੁੰਦੇ ਸੀ, ਲੇਕਿਨ ਵਿਸ਼ਾਲ ਸ਼ਰਮਾ ਹੋਣਾ ਨੇ ਇਹਨਾਂ ਗੱਲਾਂ ਦਾ ਜਵਾਬ ਦਿੰਦੇ ਹੋਏ ਜੋ ਤੰਜ ਮੌਜੂਦਾ MLA ਤੇ ਕੱਸੇ ਨੇ, ਉਸ ਤੋਂ ਲੱਗਦਾ ਹੈ ਕਿ 2022 ਦੀਆਂ ਵਿਧਾਨ ਸਭਾ ਇਲੈਕਸ਼ਨਸ ਵਿੱਚ ਬਹੁਤ ਕੁਝ ਹੋਣ ਵਾਲਾ ਹੈ। ਪਹਿਲਾਂ ਮੈਂ ਇਹ ਕਹਿਣਾ ਚਾਹੂੰਗਾ ਕਿ ਜਿਹੜੀ ਇਹ ਆਪਣੀ ਪੰਜਾਬ ਦੀ ਸਰਕਾਰ ਹੈ ਕਾਂਗਰਸ, ਇਹਨਾਂ ਨੇ ਵਾਅਦਾ ਕੀਤਾ ਸੀਗਾ ਕਿ ਅਸੀਂ ਨਸ਼ਿਆਂ ਦੇ ਉੱਪਰ ਠੱਲ ਪਾਵਾਂਗੇ, ਲੈਂਡ ਮਾਫੀਆ, ਸੈਂਡ ਮਾਫੀਆ, ਮਾਈਨਿੰਗ ਵਗੈਰਾ ਵਗੈਰਾ ਵਗੈਰਾ, ਇਹਨਾਂ ਦੇ ਉੱਪਰ ਠੱਲ ਪਾਵਾਂਗੇ, ਜਿੱਥੇ ਕਿ ਕਾਂਗਰਸ ਸਰਕਾਰ ਫੇਲ ਹੋਈ ਹੈ। ਅੱਜ ਕਾਂਗਰਸ ਸਰਕਾਰ 4.5 ਸਾਲ ਬਾਅਦ ਕੈਪਟਨ ਸਾਹਿਬ ਨੂੰ ਦੋਸ਼ ਦੇ ਰਹੀ ਹੈ ਜੀ ਕੈਪਟਨ ਸਾਹਿਬ ਨਾਕਾਮ ਰਹੇ ਨੇ। ਇਹ ਸਾਰੇ ਹੀ ਮੰਤਰੀ, ਇਹ ਸਾਰੇ ਕਾਂਗਰਸ ਦੇ ਜਿੰਨੇ ਵੀ ਅੱਜ ਮੰਤਰੀ ਨੇ, ਪਦ ਅਧਿਕਾਰੀ ਨੇ, ਇਹ ਉਨੇ ਹੀ ਜ਼ਿੰਮੇਵਾਰ ਨੇ, ਬਿਕੋਜ਼ ਇਹਨਾਂ ਕੋਲ ਵੀ ਕੈਬਨਿਟ ਦੇ ਵਿੱਚ ਬੈਠੇ ਨੇ। ਇਹਨਾਂ ਸਾਰੇ ਦਾ ਹੀ ਉਨਾ ਦੋਸ਼ ਹੈ। ਔਰ ਤੁਸੀਂ ਦੇਖੋ ਕਿ ਕਾਂਗਰਸ ਦੇ ਆਉਣ ਤੋਂ ਪਹਿਲੇ ਕੀ ਗ੍ਰਾਫ ਡਰੱਗਸ ਦਾ ਸੀਗਾ, ਕੀ ਜੋ ਗ੍ਰਾਫ ਸੀਗਾ ਮਾਈਨਿੰਗ ਦਾ ਸੀਗਾ। ਅੱਜ ਦੀ ਡੇਟ ਦੇ ਵਿੱਚ ਡਰੱਗਸ ਮਾਫੀਆ ਇੰਨਾ ਕੁ ਵੱਧ ਚੁੱਕਿਆ। ਔਰ ਕਾਂਗਰਸ ਦੀ ਸਰਕਾਰ ਹਮੇਸ਼ਾ ਅੱਜ ਵਿਰੋਧ ਵੀ ਕਰ ਰਹੀ ਹੈ, ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਵੀ ਦਾਇਰ ਕੀਤੀ ਹੋਈ ਹੈ ਕਾਂਗਰਸ ਸਰਕਾਰ ਨੇ ਕਿ ਜੀ BSF ਪੰਜਾਬ ਦੇ ਵਿੱਚ ਐਂਟਰ ਨਹੀਂ ਹੋਣੀ ਚਾਹੀਦੀ, ਪੁਲਿਸ ਦੇ ਵਿਸ਼ਵਾਸ ਨਹੀਂ ਵਗੈਰਾ ਵਗੈਰਾ। ਔਰ ਜਿਸ ਦਿਨ ਦੀ BSF ਆਈ ਹੈ ਉਸ ਦਿਨ ਦੇ ਉੱਪਰ ਬਾਰਡਰ ਦੇ ਉੱਪਰ ਤੁਸੀਂ ਪੜ੍ਹਿਆ ਹੋਣਾ 3 ਅਰਬ ਦੀ ਹੈਰੋਇਨ ਫੜ ਹੋਈ ਹੈ। ਇਹ ਨਸ਼ਿਆਂ ਨੂੰ ਠੱਲ ਪਾਉਣ ਵਾਸਤੇ ਹੀ ਭਾਰਤੀ ਜਨਤਾ ਪਾਰਟੀ ਨੇ ਐਸੇ ਫੈਸਲੇ ਲਏ ਨੇ। ਅਗਰ ਡਰੱਗਸ ਦੇ ਉੱਪਰ, ਮਾਈਨਿੰਗ ਦੇ ਉੱਪਰ ਠੱਲ ਪਾ ਸਕਦੀ ਹੈ, ਸਿਰਫ ਭਾਰਤੀ ਜਨਤਾ ਪਾਰਟੀ ਪਾ ਸਕਦੀ, ਕਿਉਂਕਿ ਭਾਰਤੀ ਜਨਤਾ ਪਾਰਟੀ ਹੀ ਇੱਕ ਐਸੀ ਮਾਤਰ ਪਾਰਟੀ ਹੈ ਜੋ ਰਾਸ਼ਟਰ ਹਿੱਤ ਦੀ ਸੋਚਦੀ ਹੈ। ਕਿਉਂਕਿ ਇਹਦਾ ਹਰ ਇੱਕ ਕਾਰਿਆਕਰਤਾ ਨੇਤਾ ਹੈ ਔਰ ਹਰ ਇੱਕ ਕਾਰਿਆਕਰਤਾ ਹੈ ਜੋ ਦੇਸ਼ ਦੀ ਸੇਵਾ ਲਈ ਸੋਚਦਾ ਹੈ। ਨਵੇਂ ਸ਼ਹਿਰ ਦੀ ਪੋਲਿਟਿਕਸ 'ਚ ਤੁਹਾਨੂੰ ਕੀ ਲੱਗਦਾ 2022 'ਚ ਕੀ ਤਬਦੀਲੀ ਆ ਜਾਏਗੀ? ਨਵਾਂ ਸ਼ਹਿਰ ਦੀ ਪੋਲਿਟਿਕਸ ਦੇ ਵਿੱਚ ਦੇਖੋ,
ਹਮੇਸ਼ਾ ਸਾਡੇ ਨਵਾਂ ਸ਼ਹਿਰ ਦੇ ਵਿਧਾਨ ਸਭਾ ਦੇ ਵਿਧਾਇਕ ਐਮਐਲਏ ਅੰਗਦ ਸਾਹਿਬ ਕਹਿੰਦੇ ਨੇ ਜੀ ਕਿ ਮੈਂ ਡਿਵੈਲਪਮੈਂਟ ਕੀਤੀ ਹੈ। ਬਹੁਤ ਡਿਵੈਲਪਮੈਂਟ ਹੋਈ ਹੈ। ਮੈਂ ਖੁਦ ਕਹਿੰਦਾ ਬਹੁਤ ਡਿਵੈਲਪਮੈਂਟ ਹੋਈ ਹੈ। ਉਹ ਮਾਈਨਿੰਗ 'ਚ ਵੀ ਡਿਵੈਲਪਮੈਂਟ ਹੋ ਗਈ ਹੈ ਔਰ ਡਰੱਗਸ ਦੇ ਵਿੱਚ ਵੀ ਬਹੁਤ ਡਿਵੈਲਪਮੈਂਟ ਹੋਈ ਹੈ। ਔਰ ਤੁਸੀਂ ਡਿਵੈਲਪਮੈਂਟ ਦੇਖ ਲਓ ਸ਼ਹਿਰ ਦੇ ਵਿੱਚ ਸਾਰੀ, ਬਹੁਤ ਜ਼ਿਆਦਾ ਪਾਰਕ ਵੀ ਆ ਗਏ, ਬਹੁਤ ਜ਼ਿਆਦਾ ਸਕੂਲ ਕਾਲਜਸ ਵਗੈਰਾ ਸਾਰੇ ਦੇਖੋ। ਬਹੁਤ ਸਾਰੇ ਇਨੋਗ੍ਰੇਸ਼ਨਸ ਕਰਦੇ ਨੇ ਹਰ ਰੋਜ਼, ਨੀਂਹ ਪੱਥਰ ਰੱਖਦੇ ਨੇ। ਹਾਂ, ਉਹ ਸੈਂਟਰ ਦੇ ਜਿਹੜੇ ਚੈੱਕ ਕਰ ਰਹੇ ਉਹ ਸਾਰੇ ਹੁਣ ਜਿਹੜੇ ਪਿੰਡਾਂ ਦੇ ਵਿੱਚ, ਹਾਂ, ਉਹ ਨੀਂਹ ਪੱਥਰ ਤੱਕ ਹੀ ਰਹਿ ਰਹੇ ਹੋ। ਨੀਂਹ ਪੱਥਰ ਤੱਕ ਹੀ ਰਹਿ ਜਾਂਦਾ ਨਾ, ਅੱਗੇ ਨਹੀਂ ਨਾ ਵੱਧਦਾ। ਜਿੱਥੇ ਨੀਂਹ ਪੱਥਰ 4 ਸਾਲ ਪਹਿਲਾਂ ਵੀ ਰੱਖਿਆ, ਅੱਜ ਵੀ ਉੱਤੇ ਹੀ ਹੋਈ ਪਿਆ। ਹਾਂ, ਉਹ ਪਿੰਡਾਂ ਦੇ ਵਿੱਚ ਅੱਗੇ ਉਹਦਾ ਕੁਝ ਨਹੀਂ ਹੈ। ਉਹ ਪਿੰਡਾਂ ਦੇ ਵਿੱਚ ਸਾਰੇ ਚੈੱਕ ਬੰਦ ਹੋ ਰਹੇ ਨੇ। ਸੈਂਟਰ ਦਾ ਜੋ ਪੈਸਾ ਆ ਰਿਹਾ ਉਹ ਸਾਰੇ। ਰੋਡ ਕਿੰਨਾ ਸੋਹਣਾ ਬਣਿਆ ਹੈ ਕਿ ਸਾਰਾ ਹੀ ਮਨ ਹੀ ਖੁਸ਼ ਹੋ ਜਾਂਦਾ, ਇੰਨਾ ਸੋਹਣਾ ਰੋਡ ਬਣਿਆ ਹੈ। ਇਹ ਤੁਸੀਂ ਤਾਰੀਫ ਕਰ ਰਹੇ ਹੋ ਕਿ ਚੁੰਡੀ ਵੱਢ ਰਹੇ ਹੋ? ਦੇਖੋ ਸਮਝਣ ਵਾਲੇ ਸਮਝ ਜਾਣੇ ਵੀ ਇਹ ਇਸ਼ਾਰਾ ਕਿੱਥੇ ਹੋ ਰਿਹਾ ਹੈ। ਤੁਸੀਂ ਚੰਡੀਗੜ੍ਹ ਚੌਂਕ ਦੀਆਂ ਲਾਈਟਾਂ ਦੇਖ ਲਓ। 20 ਸਾਲ ਤੋਂ ਕਾਂਗਰਸ ਦੀ ਸਰਕਾਰ ਹੈ ਨਵਾਂ ਸ਼ਹਿਰ ਦੇ ਵਿੱਚ। ਤੁਸੀਂ ਦੇਖੋ ਕਾਂਗਰਸ ਦੇ ਵਿੱਚ ਪਰਿਵਾਰਵਾਦ ਚੱਲਦਾ ਹੈ, ਭਾਰਤੀ ਜਨਤਾ ਪਾਰਟੀ ਦੇ ਵਿੱਚ ਕੋਈ ਪਰਿਵਾਰਵਾਦ ਨਹੀਂ ਚੱਲਦਾ। ਪਹਿਲੇ ਚਾਹੇ ਐਮਐਲਏ ਅੰਗਦ ਸਾਹਿਬ ਦੇ ਪਰਿਵਾਰ ਦੇ ਵਿੱਚੋਂ ਪਹਿਲੇ ਟਿਕਟਾਂ ਰਹੀਆਂ ਨੇ। ਡਿਵੈਲਪਮੈਂਟ ਦੇਖ ਲਓ ਵੀ ਕਿੱਥੇ ਹੈ। ਮੈਨੂੰ ਨਹੀਂ ਬੋਲਣ ਦੀ ਲੋੜ, ਤੁਹਾਡਾ ਮੀਡੀਆ ਦੱਸੇ ਜਾਂ ਸ਼ਹਿਰ ਦਾ ਜਿਹੜਾ ਆਵਾਮ ਹੈ, ਜਿਹੜਾ ਵੋਟਰ ਹੈ, ਉਹ ਇਸ ਵਾਰ ਸਬਕ ਸਿਖਾਏਗਾ। ਤੁਸੀਂ ਕਿਸ ਨੁਮਾਇੰਦੇ ਨੂੰ ਲੈ ਕੇ ਆ ਰਹੇ ਹੋ? ਸਾਡੀ ਜਿਹੜਾ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਸਾਰਾ ਨੁਮਾਇੰਦਾ। ਹਾਸਾ ਕਿਉਂ ਆਇਆ? ਮੈਨੂੰ ਲੱਗਦਾ ਕੋਈ ਕਾਂਗਰਸ 'ਚ ਲੈ ਕੇ ਆ ਰਹੇ ਹੋ। ਮੈਂ ਦੱਸਦਾ, ਸਾਡੇ ਦੇ ਵਿੱਚ ਇਦਾਂ ਹੁੰਦਾ ਹੈ, ਸਾਡਾ ਪਾਰਲੀਮੈਂਟ ਬੋਰਡ ਤੈਅ ਕਰਦਾ ਹੈ। ਸਾਡੇ ਦੇ ਵਿੱਚ ਕੋਈ ਪਤਾ ਨਹੀਂ ਕੋਈ ਕਿਹੜਾ ਕਾਰਿਆਕਰਤਾ ਨੂੰ ਕੱਲ ਨੂੰ ਤੁਸੀਂ ਵਿਧਾਇਕ ਦੀ ਟਿਕਟ ਦੇ ਦਿੰਦੇ ਹੋ। ਜਿਹੜਾ ਪਾਰਟੀ ਲਈ ਕੰਮ ਕਰਦਾ ਹੈ, ਜੋ ਰਾਸ਼ਟਰ ਹਿੱਤ ਲਈ ਸੋਚਦਾ ਹੈ। ਪਾਰਟੀ ਕਦੀ ਵੀ ਰਿਸ਼ਤੇਦਾਰੀ ਨੂੰ ਵੀ ਟਿਕਟ ਨਹੀਂ ਦਿੰਦੀ, ਉਹ ਜਿਹੜੀ ਦਿੰਦੀ ਹੈ ਕੰਮ ਦੇਖ ਕੇ ਟਿਕਟ ਦਿੰਦੀ ਹੈ। ਰਾਸ਼ਟਰ ਹਿੱਤ ਦੇ ਵਿੱਚ ਜਿਹੜੇ ਕਾਰਿਆਕਰਤਾ ਪਾਰਟੀ ਲਈ ਕੰਮ ਕਰਦੇ ਨੇ, ਦੇਸ਼ ਦੇ ਪ੍ਰਤੀ ਸੋਚਦੇ ਨੇ, ਇਹਨਾਂ ਚੀਜ਼ਾਂ ਤੋਂ ਉੱਪਰ ਉੱਠ ਕੇ, ਨੇਤਾਗਿਰੀਆਂ ਤੋਂ ਉੱਪਰ ਉੱਠ ਕੇ ਜਿਹੜੇ ਦੇਸ਼ ਦੀ ਸੇਵਾ ਕਰਨੇ, ਭਾਰਤੀ ਜਨਤਾ ਪਾਰਟੀ ਉਹਨਾਂ ਨੂੰ ਹੀ ਟਿਕਟ ਦਿੰਦੀ ਹੈ। ਅੱਛਾ, ਕਾਂਗਰਸ ਪਾਰਟੀ ਦੀ ਗੱਲ ਕਰੀਏ, ਨਵਾਂ ਸ਼ਹਿਰ ਵਿੱਚ ਫਾੜੀ ਹੋ ਗਈ ਹੈ। ਲਲਿਤ ਮੋਹਨ ਪਾਠਕ ਵੀ ਆਪ 'ਚ ਚਲੇ ਗਏ ਨੇ, ਸਤਵੀਰ ਪੱਲੀਚਿਕ ਵੀ ਪੰਜਾਬੀ ਲੋਕ ਕਾਂਗਰਸ ਚਲੇ ਗਏ ਨੇ, ਪੰਜਾਬ ਲੋਕ ਕਾਂਗਰਸ ਵਿੱਚ। ਤੁਹਾਨੂੰ ਕਾਂਗਰਸ ਦਾ ਸਟੇਟਸ ਕੀ ਲੱਗਦਾ ਨਵੇਂ ਸ਼ਹਿਰ? ਕਾਂਗਰਸ ਦਾ ਗ੍ਰਾਫ ਇਸ ਵਕਤ ਬਹੁਤ ਥੱਲੇ ਹੈ, ਕਿਉਂਕਿ ਦੇਸ਼ ਦਾ ਜਿਹੜਾ ਆਪਣਾ ਨਵਾਂ ਸ਼ਹਿਰ ਦਾ ਵੋਟਰ ਹੈ, ਉਹ ਇਸ ਵਕਤ ਸੋਚ ਰਿਹਾ ਹੈ ਵੀ ਅਗਰ ਵਿਕਲਪ ਬਚਦਾ ਹੈ ਤਾਂ ਸਿਰਫ ਭਾਰਤੀ ਜਨਤਾ ਪਾਰਟੀ ਹੀ ਇੱਕ ਵਿਕਲਪ ਹੈ। ਬਿਕੋਜ਼ ਲਾਸਟ ਈਅਰ ਜਦੋਂ ਪਹਿਲੀਆਂ ਵਿਧਾਨ ਸਭਾ ਚੋਣਾਂ ਹੋਈਆਂ ਸੀਗੀਆਂ, ਉਹਦੇ ਵਿੱਚ ਵੀ ਜਿਹੜਾ ਆਮ ਆਦਮੀ ਪਾਰਟੀ ਦਾ ਉਸ ਵਕਤ ਬੜਾ ਗ੍ਰਾਫ ਗਿਆ ਸੀ, ਪਰ ਲੋਕਾਂ ਨੂੰ ਪਤਾ ਚੱਲ ਚੁੱਕਿਆ ਵੀ ਦਿੱਲੀ ਦੇ ਵਿੱਚ ਵੀ ਕੋਈ ਕੰਮ ਨਹੀਂ ਹੋਏ। ਤੇ ਨਾ ਹੀ ਅਗਰ ਪੰਜਾਬ ਦੀ ਵਰੱਧੀ ਹੋ ਸਕਦੀ ਹੈ, ਅਗਰ ਪੰਜਾਬ ਦੀ ਤਰੱਕੀ ਹੋ ਸਕਦੀ ਜਾਂ ਨਵਾਂ ਸ਼ਹਿਰ ਦੀ ਤਰੱਕੀ ਹੋ ਸਕਦੀ ਹੈ, ਉਹ ਸਾਡੀ ਭਾਰਤੀ ਜਨਤਾ ਪਾਰਟੀ ਦੀ ਡਬਲ ਇੰਜਨ ਸਰਕਾਰ ਹੀ ਕਰ ਸਕਦੀ, ਕਿਉਂਕਿ ਸੈਂਟਰ ਦੇ ਵਿੱਚ ਮੋਦੀ ਬੈਠੇ ਨੇ। ਤੇ ਮੈਂ ਸਾਰੇ ਨਵਾਂ ਸ਼ਹਿਰ ਦੇ ਵਾਸੀਆਂ ਨੂੰ ਵੀ ਅਪੀਲ ਕਰੂੰਗਾ ਕਿ ਭਾਰਤੀ ਜਨਤਾ ਪਾਰਟੀ ਨੂੰ ਇਸ ਵਾਰ ਵੋਟ ਪਾ ਕੇ ਸਫਲ ਬਣਾਓ ਔਰ ਸਰਕਾਰ ਬਣਾਓ। ਲਾਸਟ ਸਵਾਲ ਬਹੁਤ ਕ੍ਰੂਸ਼ੀਅਲ ਹੈ। ਅੰਦਰ ਮੀਟਿੰਗ ਚੱਲ ਰਹੀ ਹੈ, ਸਾਨੂੰ ਤਾਂ ਐਂਟਰੀ ਨਹੀਂ ਸੀ, ਆਪਾਂ ਬਾਹਰ ਹੀ ਗੱਲ ਕਰ ਪਾ ਰਹੇ ਹਾਂ। ਅੰਦਰ ਡਿਵੈਲਪਮੈਂਟ ਨੂੰ ਲੈ ਕੇ ਕੀ ਵਾਰਤਾਲਾਪ ਹੋਈ ਹੈ? ਡਿਵੈਲਪਮੈਂਟ ਨੂੰ ਲੈ ਕੇ ਤੁਸੀਂ ਦੇਖੋ ਕਿ ਜਿਹੜੇ ਸਭ ਤੋਂ ਵੱਡਾ ਸਾਡਾ ਇਸ ਵਕਤ ਮਿਸ਼ਨ 2022 ਦਾ ਜਿਹੜਾ ਨਵਾਂ ਪੰਜਾਬ ਭਾਜਪਾ ਦੇ ਨਾਲ, ਉਹ ਜਿਹੜਾ ਨਵਾਂ ਪੰਜਾਬ ਹੈ ਭਾਜਪਾ ਦੇ ਨਾਲ ਹੈ, ਉਹ ਸਾਰਾ ਡਰੱਗਸ ਦੇ ਉੱਪਰ ਠੱਲ ਪਾ ਕੇ, ਉਹਨਾਂ ਨੂੰ ਡਰੱਗਸ ਨੂੰ ਖਤਮ ਕਰਕੇ, ਜਾਂ ਜਿਹੜੇ ਮਾਈਨਿੰਗ ਦੇ ਮੁੱਦੇ ਨੇ ਇਹਨਾਂ ਨੂੰ ਠੱਲ ਪਾ ਕੇ ਹੀ ਅਗਰ ਕੋਈ ਨਵਾਂ ਵਿਜ਼ਨ ਹੈ ਉਹ ਤਿਆਰ ਕੀਤਾ ਜਾ ਰਿਹਾ। ਔਰ ਦੂਸਰਾ ਜਿਹੜਾ ਹੈ ਕਿ ਰੋਜ਼ਗਾਰ ਦੇਣਾ, ਜਿਹੜਾ ਯੂਥ ਤੋਂ ਪਲਾਇਨ ਕਰ ਰਿਹਾ ਹੈ। ਕੁਛ ਮੈਂ ਨਹੀਂ ਕਹਿੰਦਾ ਕਿ ਸਾਰਾ ਪੰਜਾਬ, ਕੁਛ ਯੂਥ ਜਿਹੜਾ ਹੈ ਡਰੱਗਸ ਦੇ ਵਿੱਚ ਹੋਇਆ। ਤੁਸੀਂ ਦੇਖੋ, ਤੁਸੀਂ ਰਿਪੋਰਟਸ ਲੈ ਸਕਦੇ ਹੋ ਮੀਡੀਆ ਦੇ ਵਿੱਚ। ਕੱਲ ਵੀ ਇੱਕ ਇੱਥੇ ਡੈੱਡ ਬੋਡੀ ਰਿਕਵਰ ਹੋਈ ਹੈ, ਕੋਈ ਮੁੰਡੇ ਦਾ ਨਾਮ ਸੀ ਕਾਲੀ ਸ਼ਾਇਦ ਕਰਕੇ, ਉਹਦੀ ਡੈੱਡ ਬੋਡੀ ਰਿਕਵਰ ਹੋਈ ਆ। ਉਹ ਓਵਰਡੋਜ਼ ਦੇ ਨਾਲ ਮਰਿਆ। ਮਾਵਾਂ ਦੇ ਪੁੱਤ ਮਰ ਰਹੇ ਨੇ, ਭੈਣਾਂ ਦੇ ਭਰਾ ਮਰ ਰਹੇ ਨੇ, ਸਰਕਾਰ ਸੁੱਤੀ ਪਈ ਹੈ। ਕੋਈ ਇਹਨਾਂ ਨਾਲ ਜਦੋਂ ਕਾਂਗਰਸ ਸਰਕਾਰ ਦੇ ਇਸ ਵਾਰ ਸੱਤਾ 'ਚ ਆਈ ਸੀ ਤਾਂ ਇਹਨਾਂ ਦਾ ਵਿਜ਼ਨ ਇੱਕ ਸੀਗਾ ਕਿ ਅਸੀਂ ਡਰੱਗਸ ਦੇ ਉੱਪਰ ਠੱਲ ਪਾਵਾਂ, ਜਦ ਕਿ ਡਰੱਗਸ ਦੇ ਉੱਪਰ ਕੋਈ ਠੱਲ ਨਹੀਂ ਪਾਇਆ। ਅੰਦੋਲਨ ਖਤਮ ਹੋ ਗਿਆ, ਕਿਸਾਨ ਖੁਸ਼ੀ ਘਰ ਪਰਤ ਆਏ ਨੇ। ਬੀਜੇਪੀ ਸਰਕਾਰ ਨੇ ਅੰਦੋਲਨ ਤੋਂ ਕੀ ਸਿੱਖਿਆ ਤਾਂ ਜੋ ਇਹੋ ਜਿਹੀ ਰਣਨੀਤੀ ਬਣਾਉਣ ਜਿਹਦੇ ਨਾਲ ਜਿਹੜੇ ਕਿਸਾਨ ਨੇ ਉਹਨਾਂ ਨੂੰ ਸਿਕਿਉਰ ਫੀਲ ਹੋਵੇ, ਉਹ ਸੈਟਿਸਫਾਈ ਫੀਲ ਕਰਨ? ਕਿਸਾਨਾਂ ਦਾ ਇੱਦਾਂ ਹੈ, ਦੇਖੋ ਮੋਦੀ ਜੀ ਨੇ ਕਿਹਾ, ਜਿਸ ਦਿਨ ਇਹ ਕਾਨੂੰਨ ਰੱਦ ਵੀ ਕੀਤੇ ਨੇ, ਉਸ ਦਿਨ ਮੋਦੀ ਸਾਹਿਬ ਨੇ ਇਹ ਕਿਹਾ ਵੀ ਇਹ ਜਿਹੜੇ ਕਾਨੂੰਨ ਸੀ ਇਹ ਦੀਵੇ ਦੀ ਲੋ ਵਾਂਗੂ ਪਵਿੱਤਰ ਸੀ, ਪਰ ਮੈਂ ਰਾਸ਼ਟਰ ਹਿੱਤ 'ਚ ਵਾਪਸ ਲੈ ਰਿਹਾ। ਠੀਕ ਹੈ, ਕਿਸਾਨੀ ਅੰਦੋਲਨ ਦੇ ਵਿੱਚ ਸਾਡਾ ਕੁਝ ਨੁਕਸਾਨ ਵੀ ਹੋਇਆ, ਠੀਕ ਹੈ, ਕੁਝ ਹੋਰ ਵੀ। ਦੇਖੋ, ਜੇ ਕਿਸਾਨਾਂ ਦੇ ਪੱਖ ਨਾਲ ਦੇਖੀਏ, ਸ਼ਹੀਦੀਆਂ ਵੀ ਹੋਈਆਂ। ਮੈਂ ਇਹਨੂੰ ਕੋਈ ਨੈਗੇਟਿਵ ਨਹੀਂ ਗੱਲ ਬਣਾਉਣਾ ਚਾਹੁੰਦਾ। ਅਸੀਂ ਚਾਹੁੰਦੇ ਕਿ ਭਾਈਚਾਰਾ ਬਣਿਆ ਰਹੇ। ਉਹਦੇ ਲਈ ਤੁਸੀਂ ਹੋਰ ਨਵੀਂ ਚੀਜ਼ ਕੀ ਲੈ ਕੇ ਆਓ ਜਿੰਨਾ ਕਿਸਾਨ ਨੂੰ ਲੱਗੇ ਕਿ ਮੈਂ ਸਿਕਿਉਰ ਹੈ। ਕਿਸਾਨਾਂ ਦੇ ਜਿੱਥੇ ਤੱਕ ਕਿਸਾਨਾਂ ਦੀ ਗੱਲ ਹੈ, ਕਿਸਾਨਾਂ ਲਈ ਸਰਕਾਰ ਹਮੇਸ਼ਾ ਸੋਚਦੀ ਰਹੀ ਹੈ ਔਰ ਨਵੀਆਂ ਬਹੁਤ ਯੋਜਨਾਵਾਂ ਜਿਹੜੀਆਂ ਕਿਸਾਨਾਂ ਦੇ ਲਈ ਪ੍ਰਤੀ ਆ ਰਹੀਆਂ ਨੇ। ਜੇ ਗ੍ਰੀਨ ਕਾਰਡ ਬੰਦੀਆਂ ਨਾਲ ਸਲਾਹ ਮਸ਼ਵਰਾ ਕਰਕੇ ਉਹ ਜਿਹੜਾ ਉਹਨਾਂ ਦਾ ਫੈਸਲਾ ਲਿਆ ਜਾਏਗਾ, ਵਰਡਿਕਟ ਲਿਆ ਜਾਏਗਾ। ਨਹੀਂ ਕਿਸਮ ਜਿਹੜੀ ਭਾਰਤੀ ਜਨਤਾ ਪਾਰਟੀ ਸਰਕਾਰ ਹੈ ਆਪਣੇ ਕੈਬਨਿਟ ਦੇ ਨਾਲ ਸਾਰੀ ਸਲਾਹ ਕਰਕੇ ਅਗਲਾ ਰੋਡ ਮੈਪ ਤਿਆਰ ਕਰਦੀ ਹੈ। ਜਿੱਥੇ ਅਗਰ ਉਹਨਾਂ ਦਾ ਕਿਤੇ ਜ਼ਰੂਰਤ ਪੈਂਦੀ ਹੈ ਤਾਂ ਉਹਨਾਂ ਨਾਲ ਕਮੇਟੀ, ਉਹ ਵਿੰਡੋ ਖੁੱਲੀ ਹੈ, ਹਮੇਸ਼ਾ ਖੁੱਲੀ ਹੈ। ਅਗਰ ਮੋਦੀ ਜੀ ਹਰ ਕਿਸੇ ਦਾ ਸਵਾਗਤ ਕਰਦੇ ਨੇ ਔਰ ਹਰ ਕਿਸੇ ਦੇ ਨਾਲ ਸਲਾਹ ਕਰਕੇ, ਅਗਰ ਉਹਨਾਂ ਦੀ ਕਿਤੇ ਸਾਥ ਚਾਹੀਦਾ ਹੈ ਤਾਂ ਵਿਕਾਸ ਕਰਕੇ ਉਹਨਾਂ ਨਾਲ ਜੀ